ਵੈਲਕਮ ਮਾਈ ਆਨਲਾਈਨ ਕਲਾਸਿਜ। ਦੋਸਤੋ, ਅੱਜ ਅਸੀਂ ਹਿਸਟਰੀ ਦਾ ਮਹੱਤਵਪੂਰਨ ਟੌਪਿਕ ਭਾਰਤੀ ਪ੍ਰਸਿੱਧ ਐਕਟ 1919, 1909 ਅਤੇ 1935 ਇਹਨਾਂ ਐਕਟਾਂ ਬਾਰੇ ਵਿਸਤਾਰਪੂਰਵਕ ਚਰਚਾ ਕਰਾਂਗੇ। ਇਹਨਾਂ ਐਕਟਾਂ ਦੇ ਅਧੀਨ ਜੋ ਜੋ ਕੰਮ ਹੋਏ ਉਹਨਾਂ ਬਾਰੇ ਅਸੀਂ ਵਿਸਤਾਰਪੂਰਵਕ ਪੜ੍ਹਾਂਗੇ। ਆਓ ਹੁਣ ਅਸੀਂ ਇਹਨਾਂ ਐਕਟਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਹਾਸਲ ਕਰੀਏ। ਭਾਰਤੀ ਪ੍ਰਸਿੱਧ ਐਕਟ 1909 ਇਸ ਨੂੰ ਮਾਰਲੇ ਮਿੰਟੋ ਸੁਧਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਦੋਸਤੋ ਸਾਡਾ ਉਸ ਟਾਈਮ ਜਿਹੜਾ ਵਾਇਸਰਾਏ ਸੀ ਉਹ ਲਾਰਡ ਮਿੰਟੋ ਸੀ। 1905 ਤੋਂ ਲੈ ਕੇ 1910 ਤੱਕ ਸਾਡਾ ਵਾਇਸਰਾਏ ਲਾਰਡ ਮਿੰਟੋ ਸੀ ਅਤੇ ਜੋ ਸੈਕਟਰੀ ਆਫ ਸਟੇਟ ਸੀ ਉਸ ਨੂੰ ਮਾਰਲੇ ਸੀ। ਇਸ ਕਰਕੇ ਇਸ ਨੂੰ ਮਿੰਟੋ ਮਾਰਲੇ ਸੁਧਾਰ ਵੀ ਕਿਹਾ ਜਾਂਦਾ ਹੈ। ਦੋਸਤੋ, ਇਸ ਐਕਟ ਦੇ ਅਧੀਨ ਮਹੱਤਵਪੂਰਨ ਕੰਮ ਹੋਏ। ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਵਧਾ ਕੇ 16 ਤੋਂ 60 ਕਰ ਦਿੱਤੀ ਗਈ ਸੀ। ਦੋਸਤੋ, ਸਾਡੇ ਪਹਿਲਾਂ ਜੋ ਗਵਰਨਰ ਜਨਰਲ ਹੁੰਦਾ ਸੀ ਉਹਦੀ ਇਕੱਲੀ ਕਾਰਜ ਪ੍ਰਸਿੱਧ ਹੁੰਦੀ ਸੀ, ਪਰ 1853 ਦੇ ਐਕਟ ਦੇ ਅਧੀਨ ਵਾਇਸਰਾਏ ਦੀ ਕਾਰਜ ਪ੍ਰਸਿੱਧ ਦੇ ਵਿੱਚ ਵਿਧਾਨ ਪਰਿਸ਼ਦ ਸ਼ਾਮਲ ਕੀਤੀ ਗਈ ਸੀ, ਜਿਸ ਦੇ 6 ਮੈਂਬਰ ਸੀ। ਅਤੇ ਦੋਸਤੋ, ਇਹਨਾਂ 6 ਮੈਂਬਰਾਂ ਦੀ ਗਿਣਤੀ 1892 ਦੇ ਐਕਟ ਦੇ ਅਧੀਨ 16 ਕਰਤੀ ਸੀ ਅਤੇ 1909 ਦੇ ਐਕਟ ਦੇ ਅਧੀਨ 16 ਤੋਂ 60 ਕਰ ਦਿੱਤੀ ਗਈ ਸੀ। ਇਸ ਤਹਿਤ ਮੁਸਲਮਾਨਾਂ ਲਈ ਅਲੱਗ ਸੰਪਰਦਾਇਕਤਾ ਪ੍ਰਣਾਲੀ ਲਾਗੂ ਹੋਈ ਸੀ। ਇਸ ਨੂੰ ਮਿੰਟੋ ਸੰਪਰਦਾਇ ਪ੍ਰਣਾਲੀ ਦਾ ਪਿਤਾ ਵੀ ਕਿਹਾ ਜਾਂਦਾ ਹੈ। ਦੋਸਤੋ, 1919 ਦੇ ਐਕਟ ਦੇ ਅਧੀਨ ਮੁਸਲਮਾਨਾਂ ਦੇ ਲਈ ਅਲੱਗ ਸੰਪਰਦਾਇਕਤਾ ਚੋਣ ਪ੍ਰਣਾਲੀ ਦੀ ਨਿਯੁਕਤੀ ਹੋ ਗਈ ਸੀ, ਭਾਵ ਉਹਨਾਂ ਦੇ ਲਈ ਅਲੱਗ ਸੀਟਾਂ ਨਿਸ਼ਚਿਤ ਹੋ ਗਈਆਂ ਸੀ। ਅਤੇ ਸੰਪਰਦਾਇਕਤਾ ਪ੍ਰਣਾਲੀ ਦੇ ਪਿਤਾ ਲਾਰਡ ਮਿੰਟੋ ਨੂੰ ਇਸ ਦਾ ਪਿਤਾ ਵੀ ਕਿਹਾ ਜਾਂਦਾ ਹੈ, ਕਿਉਂਕਿ ਦੋਸਤੋ ਉਦੋਂ ਜਿਹੜਾ ਗਵਰਨਰ ਜਨਰਲ ਸੀ ਉਹ ਲਾਰਡ ਮਿੰਟੋ ਸੀ। ਇਸ ਤਹਿਤ ਭਾਰਤੀਆਂ ਨੂੰ ਵਾਇਸਰਾਏ ਦੀ ਕਾਰਜ ਪ੍ਰਸਿੱਧ ਵਿੱਚ ਬੈਠਣ ਦਾ ਮੌਕਾ ਮਿਲਿਆ ਸੀ। ਪਹਿਲੀ ਵਾਰ ਸਤਿੰਦਰ ਨਾਥ ਸਨੇਹ ਸੀ ਜਿਹੜਾ ਉਹ ਬੈਠਿਆ ਸੀ। ਦੋਸਤੋ, 1919 ਦੇ ਐਕਟ ਦੇ ਅਧੀਨ ਪਹਿਲੀ ਵਾਰ ਵਾਇਸਰਾਏ ਦੀ ਕਾਰਜ ਪ੍ਰਸਿੱਧ ਦੇ ਜਿਹੜੇ 6 ਮੈਂਬਰ ਹੁੰਦੇ ਸੀ, ਜਿਹੜੇ ਕਿ ਸਾਰੇ ਵਿਦੇਸ਼ੀ ਹੁੰਦੇ ਸੀ, ਭਾਵ ਬ੍ਰਿਟਿਸ਼ ਗੌਰਮੈਂਟ ਦੇ ਹੁੰਦੇ ਸੀ। ਇੰਡੀਆ ਦਾ ਕੋਈ ਬੰਦਾ ਉਸ ਦਾ ਮੈਂਬਰ ਨਹੀਂ ਹੁੰਦਾ ਸੀ। ਪਰ 1909 ਦੇ ਐਕਟ ਦੇ ਅਧੀਨ ਇਸ ਦੇ ਵਿੱਚ ਪਹਿਲਾ ਭਾਰਤੀ ਸਤਿੰਦਰ ਨਾਥ ਸਨੇਹ ਜਿਹੜਾ ਕਿ ਬੈਠਿਆ ਸੀਗਾ 1909 ਦੇ ਵਿੱਚ। 1919 ਦੇ ਐਕਟ ਦੇ ਕੰਮ, ਇਸ ਨੂੰ ਮੈਟੈਂਗੋ ਚੈਮਸਫੋਰਡ ਐਕਟ ਵੀ ਕਿਹਾ ਜਾਂਦਾ ਹੈ, ਕਿਉਂਕਿ ਦੋਸਤੋ ਸਾਡਾ ਉਸ ਸਮੇਂ ਜਿਹੜਾ ਵਾਇਸਰਾਏ ਸੀ ਉਹ ਚੈਮਸਫੋਰਡ ਸੀ। ਜਿਹੜਾ ਚੈਮਸਫੋਰਡ ਸੀ ਦੋਸਤੋ, ਜਿਵੇਂ ਲਾਰਡ ਮਿੰਟੋ 1905 ਤੋਂ 1910, 1910 ਤੋਂ ਲੈ ਕੇ 1916 ਤੱਕ ਲਾਰਡ ਹਾਰਡਿੰਗ ਸੀ, ਜਿਸ ਦੇ ਸਮੇਂ ਦਿੱਲੀ ਬੰਬ ਕੇਸ ਹੋਇਆ ਸੀ ਅਤੇ ਸਾਡਾ ਬੰਗਾਲ ਦੀ ਵੰਡ ਰੱਦ ਹੋਈ ਸੀ ਅਤੇ ਮਹਾਰਾਣੀ ਜਾਰਜ ਪੰਜਵਾਂ ਆਇਆ ਸੀਗਾ ਅਤੇ ਦਿੱਲੀ ਦੀਵਾਨ ਸਜਾਇਆ ਗਿਆ ਸੀ। ਅਤੇ ਜਿਹੜਾ ਸਾਡਾ ਸਟੇਟ ਆਫ ਸੈਕਟਰੀ ਸੀ ਉਹ ਮੈਟੈਂਗੋ ਸੀ। ਇਸ ਨੂੰ ਚੈਮਸਫੋਰਡ ਮੈਟੈਂਗੋ ਵੀ ਕਿਹਾ ਜਾਂਦਾ ਹੈ। ਵਾਇਸਰਾਏ ਦੇ ਕਾਰਜ ਪ੍ਰਸਿੱਧ ਦੇ 6 ਮੈਂਬਰਾਂ ਵਿੱਚੋਂ 3 ਭਾਰਤੀ ਹੋਣੇ ਜ਼ਰੂਰੀ ਹੋ ਗਏ ਸੀ, ਭਾਵ ਦੋਸਤੋ 1909 ਦੇ ਐਕਟ ਦੇ ਅਧੀਨ ਇੱਕ ਮੈਂਬਰ ਦੀ ਸਥਾਨ ਨਿਸ਼ਚਿਤ ਕੀਤੀ ਗਈ ਸੀ, ਪਰ 1919 ਦੇ ਐਕਟ ਦੇ ਅਧੀਨ ਵਾਇਸਰਾਏ ਦੇ ਕਾਰਜ ਪ੍ਰਸਿੱਧ ਵਿੱਚ ਜਿਹੜੇ 6 ਮੈਂਬਰ ਸੀ ਉਹਨਾਂ ਵਿੱਚੋਂ 3 ਸੀ ਜਿਹੜੇ ਉਹ ਭਾਰਤੀ ਹੋਣੇ ਜ਼ਰੂਰੀ ਹੋ ਗਏ ਸੀ। ਦੇਸ਼ ਵਿੱਚ ਦੋ ਸਦਨੀ ਪ੍ਰਣਾਲੀ ਸ਼ੁਰੂ ਹੋ ਗਈ ਸੀ, ਭਾਵ ਬਿਕੈਮਰਲ ਸਿਸਟਮ ਸ਼ੁਰੂ ਹੋ ਗਿਆ ਸੀ, ਕਿਉਂਕਿ ਦੋਸਤੋ ਦੇਸ਼ ਦੇ ਵਿੱਚ ਜਿਹੜੀ ਦੋ ਸਦਨੀ ਬਿਕੈਮਰਲ ਸਿਸਟਮ ਸੀ ਇਹ 1919 ਦੇ ਐਕਟ ਦੇ ਅਧੀਨ ਸਟਾਰਟ ਹੋਇਆ ਸੀ। ਲੈਜਿਸਲੇਟਿਵ ਕਾਊਂਸਲ ਐਂਡ ਕਾਊਂਸਲ ਆਫ ਸਟੇਟ, ਜਿਹੜੀ ਲੈਜਿਸਲੇਟਿਵ ਕਾਊਂਸਲ ਸੀ ਇਸ ਦੇ 145 ਮੈਂਬਰ ਸੀ ਅਤੇ ਜਿਹੜੀ ਕਾਊਂਸਲ ਆਫ ਸਟੇਟ ਸੀ ਇਹਦੇ 60 ਮੈਂਬਰ ਸੀ। ਜੇ ਸਾਨੂੰ ਪੁੱਛਿਆ ਜਾਵੇ ਕਿ ਦੇਸ਼ ਵਿੱਚ ਦੋ ਸਦਨੀ ਪ੍ਰਣਾਲੀ ਕਦੋਂ ਸਟਾਰਟ ਹੋਈ ਸੀ, ਉਹ 1919 ਦੇ ਐਕਟ ਦੇ ਅਧੀਨ ਹੋਈ ਸੀ। ਦੂਰੀ ਸ਼ਾਸਨ ਪ੍ਰਣਾਲੀ ਡਾਰਕੀ ਸਿਸਟਮ ਰਾਜ ਵਿੱਚ ਸ਼ੁਰੂ ਹੋ ਗਈ ਸੀ, ਭਾਵ ਦੋ ਸ਼ਾਸਨ ਪ੍ਰਣਾਲੀ ਜਿਹੜੀ ਡਾਰਕੀ ਸਿਸਟਮ ਸੀ ਉਹ ਵੀ ਦੇਸ਼ ਦੇ ਵਿੱਚ ਸਟਾਰਟ ਹੋ ਗਈ ਸੀ। ਇਸ ਦੇ ਅਧੀਨ ਦੋ ਲਿਸਟਾਂ ਬਣ ਗਈਆਂ ਸੀ, ਰਿਜ਼ਰਵ ਲਿਸਟ ਅਤੇ ਜਿਹਤੇ ਵਾਇਸਰਾਏ ਦਾ ਕੰਟਰੋਲ ਸੀ, ਅਤੇ ਟਰਾਂਸਫਰ ਲਿਸਟ ਜਿਹਤੇ ਗਵਰਨਰ ਜਨਰਲ ਦਾ ਕੰਟਰੋਲ ਸੀ। ਦੋਸਤੋ, ਦੂਰੀ ਸ਼ਾਸਨ ਪ੍ਰਣਾਲੀ ਇਹ ਪ੍ਰਣਾਲੀ ਸੀ ਜਿਹੜੀ ਇਹ ਸਟੇਟਾਂ ਦੇ ਵਿੱਚ ਸ਼ੁਰੂ ਹੋਈ ਸੀ, ਭਾਵ ਪ੍ਰਾਂਤਾਂ ਵਿੱਚ ਸ਼ੁਰੂ ਹੋਈ ਸੀ, ਕੇਂਦਰ ਵਿੱਚ ਸ਼ੁਰੂ ਨਹੀਂ ਹੋਈ ਸੀ। ਕੇਂਦਰ ਵਿੱਚ ਸ਼ੁਰੂ ਹੋਈ ਸੀ 1935 ਦੇ ਵਿੱਚ। 1935 ਦੇ ਐਕਟ ਦੇ ਅਧੀਨ ਦੋਸਤੋ ਜਿਹੜਾ ਪ੍ਰਾਂਤਾਂ ਵਿੱਚ ਡਾਰਕੀ ਸਿਸਟਮ 1919 ਦੇ ਵਿੱਚ ਸ਼ੁਰੂ ਹੋਇਆ ਸੀ, 1935 ਦੇ ਵਿੱਚ ਖਤਮ ਕੀਤਾ ਗਿਆ ਸੀ। ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਸੀ। ਦੋਸਤੋ, 1919 ਦੇ ਐਕਟ ਦੇ ਅਧੀਨ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਸੀ। ਜੇ ਸਾਨੂੰ ਪੁੱਛਿਆ ਜਾਵੇ ਕਿ ਵਰਲਡ ਦੇ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਕਦੋਂ ਮਿਲਿਆ ਸੀ, ਉਹ ਦੋਸਤੋ 1893 ਦੇ ਵਿੱਚ ਮਿਲਿਆ ਸੀ। ਨਿਊਜ਼ੀਲੈਂਡ ਫਸਟ ਕੰਟਰੀ ਸੀ ਜਿਨ੍ਹਾਂ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ, ਅਤੇ ਇੰਡੀਆ ਦੇ ਵਿੱਚ 1892 ਦੇ ਐਕਟ ਦੇ ਅਧੀਨ ਮਰਦਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀਗਾ, ਅਤੇ ਜਿਹੜਾ ਔਰਤਾਂ ਨੂੰ ਮਿਲਿਆ ਉਹ 1919 ਦਾ ਐਕਟ ਦਾ ਅਧਿਕਾਰ ਨਾਲ ਮਿਲਿਆ ਸੀ।
ਪਬਲਿਕ ਸਰਵਿਸ ਸੇਵਾਵਾਂ ਸੀ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਸੀ, ਪ੍ਰਤੱਖ ਚੋਣ ਪ੍ਰਣਾਲੀ ਸ਼ੁਰੂ ਹੋ ਗਈ ਸੀ। ਦੋਸਤੋ 1919 ਦੇ ਐਕਟ ਸੀ ਜਿਸ ਦੇ ਅਧੀਨ ਪ੍ਰਤੱਖ ਚੋਣ ਪ੍ਰਣਾਲੀ ਸ਼ੁਰੂ ਹੋ ਗਈ ਸੀ। ਪਹਿਲੀ ਵਾਰ ਪ੍ਰਤੱਖ ਚੋਣਾਂ ਸੀ ਦੋਸਤੋ 1937 ਦੇ ਵਿੱਚ ਹੋਈਆਂ ਸੀ, ਜਿਹੜੀਆਂ ਕਿ 11 ਪ੍ਰਾਂਤਾਂ ਦੇ ਵਿੱਚ ਹੋਈਆਂ ਸੀ, ਜਿਸ ਦੇ ਵਿੱਚੋਂ 7 ਪ੍ਰਾਂਤਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ, ਜਿਹੜੀ ਕਿ 28 ਮਹੀਨੇ ਚੱਲੀ ਸੀ ਅਤੇ ਇਸ ਤੋਂ ਬਾਅਦ ਇਸ ਨੇ ਰਿਜ਼ਾਈਨ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿਉਂਕਿ ਜਿਹੜਾ ਇੰਡੀਆ ਦੇ ਲੋਕਾਂ ਨੂੰ ਉਹਨਾਂ ਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਸ਼ਾਮਲ ਕਰ ਲਿਆ ਸੀ ਉਹਨਾਂ ਦੀ ਬਿਨਾਂ ਇੱਛਾ ਤੋਂ, ਤਾਂ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਸੰਵਿਧਾਨ ਵਿੱਚ ਪ੍ਰਸਤਾਵਨਾ ਪਾਉਣ ਦੀ ਚਰਚਾ ਕਰੀ ਗਈ ਸੀ। ਜਿਹੜਾ ਦੋਸਤੋ 1919 ਦਾ ਐਕਟ ਸੀ, ਇਸ ਦੇ ਅਧੀਨ ਜਿਹੜੀ ਪ੍ਰਸਤਾਵਨਾ ਸੀ ਉਹਦੀ ਗੱਲ ਕਰੀ ਗਈ ਸੀ ਕਿ ਇਸ ਪ੍ਰਸਤਾਵਨਾ ਸੰਵਿਧਾਨ ਵਿੱਚ ਪਾਈ ਜਾਵੇਗੀ। ਹੁਣ ਅਸੀਂ ਦੋਸਤੋ 1935 ਦਾ ਐਕਟ ਪੜ੍ਹਦੇ ਹਾਂ। ਜਿਹੜਾ 1935 ਦਾ ਐਕਟ ਸੀ ਦੋਸਤੋ, ਇਹ ਲਾਰਡ ਬਲਿੰਗਸਟਨ ਦੇ ਸਮੇਂ ਆਇਆ ਸੀਗਾ। ਉਦੋਂ ਜੀ ਬਲਿੰਗਸਟਨ ਦਾ ਸਮਾਂ 1931 ਤੋਂ 1936 ਤੱਕ ਸੀ, ਕਿਉਂਕਿ ਦੋਸਤੋ ਅਸੀਂ 1905 ਤੋਂ ਗੱਲ ਕਰਦੇ ਹਾਂ। 1905 ਤੋਂ ਲੈ ਕੇ 1910 ਤੱਕ ਲਾਰਡ ਮਿੰਟੋ ਸੀ, 11 ਤੋਂ ਲੈ ਕੇ 1916 ਤੱਕ ਲਾਰਡ ਹਾਰਡਿੰਗ ਸੀ, 1916 ਤੋਂ ਲੈ ਕੇ 1921 ਤੱਕ ਚੈਮਸਫੋਰਡ ਸੀ, 1921 ਤੋਂ ਲੈ ਕੇ 1926 ਤੱਕ ਲਾਰਡ ਰੀਡਿੰਗ ਸੀ, ਅਤੇ 1926 ਤੋਂ ਲੈ ਕੇ 1931 ਤੱਕ ਲਾਰਡ ਇਰਬਨ ਸੀ, ਅਤੇ 1931 ਤੋਂ ਲੈ ਕੇ 1935 ਤੱਕ ਲਾਰਡ ਬਲਿੰਗਸਟਨ ਸੀ, 1936 ਤੋਂ ਲੈ ਕੇ 1942 ਤੱਕ ਲਾਰਡ ਲੈਂਥਗੋ ਸੀ, ਅਤੇ 1943 ਤੋਂ ਲੈ ਕੇ ਲਾਰਡ ਬੇਵਲੇ ਸੀ, ਅਤੇ ਬੇਵਲੇ ਤੋਂ ਲੈ ਕੇ ਲਾਰਡ ਮਾਊਂਟਬੈਟਨ ਸੀ, ਅਤੇ ਇਹ ਲਾਸਟ ਜਿਹੜਾ ਇੰਡੀਅਨ ਗਵਰਨਰ ਜਨਰਲ ਸੀ ਉਹ ਰਾਜਗੋਪਾਲ ਆਚਾਰੀਆ ਸੀ। ਹੁਣ ਅਸੀਂ ਗੱਲ ਕਰਦੇ ਹਾਂ 1935 ਦੇ ਐਕਟ ਦੀ। ਦੋਸਤੋ ਜਿਹੜਾ 1935 ਦਾ ਐਕਟ ਸੀ, ਇਹ ਸਾਈਮਨ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ, ਸਾਰਾ ਕੁਝ ਉਹੀ ਡਿਟੋ ਕਾਪੀ ਕਹਿ ਸਕਦੇ ਹਾਂ ਆਪਾਂ, ਉਹੀ ਸਭ ਕੁਝ ਇਸ ਵਿੱਚ ਸੀ। ਸਭ ਤੋਂ ਵੱਧ ਸੰਵਿਧਾਨ ਉੱਤੇ ਜੇ ਅਸੀਂ ਆਖਿਆ ਜਾਵੇ ਸਾਡੇ ਸੰਵਿਧਾਨ ਦਾ ਜਿਹੜਾ ਆਧਾਰ ਹੈ ਉਹ 1935 ਦਾ ਐਕਟ ਹੈ। ਘੱਟੋ ਘੱਟ 250 ਅਨੁਛੇਦ ਨੇ ਜਿਹੜੇ ਉਹ 1935 ਦੇ ਐਕਟ 'ਤੇ ਆਧਾਰਿਤ ਨੇ। ਇਹ ਸਾਈਮਨ ਕਮਿਸ਼ਨ ਦੀ ਰਿਪੋਰਟ 'ਤੇ ਤਿਆਰ ਕੀਤਾ ਗਿਆ ਸੀ। ਪਹਿਲਾ ਕੰਮ 1935 ਦੇ ਐਕਟ ਨਿਯਮ ਦੇ 1935 ਦੇ ਨਿਯਮ ਤਹਿਤ ਭਾਰਤ ਨੂੰ ਬਰਮਾ ਤੋਂ ਵੱਖ ਕੀਤਾ ਗਿਆ ਸੀ। 1937 ਦੇ ਵਿੱਚ ਰਾਜ ਵਿੱਚ ਦੂਰੀ ਸ਼ਾਸਨ ਪ੍ਰਣਾਲੀ ਖਤਮ ਹੋ ਗਈ ਸੀ। ਰਾਜ ਦੇ ਵਿੱਚ ਦੋਸਤੋ ਜਿਹੜਾ ਡਾਰਕੀ ਸਿਸਟਮ ਰਾਜਾਂ ਦੇ ਵਿੱਚ ਸ਼ੁਰੂ ਹੋਇਆ ਸੀ ਨਾ, ਉਹ ਖਤਮ ਹੋ ਗਿਆ ਸੀ। ਇਹਦੀ ਥਾਂ 'ਤੇ ਪ੍ਰਾਂਤਾਂ ਵਿੱਚ ਸ਼ੁਰੂ ਹੋ ਗਿਆ ਸੀ। ਪ੍ਰਾਂਤਾਂ ਵਿੱਚ ਦੋਸਤੋ 3 ਲਿਸਟਾਂ ਬਣ ਗਈਆਂ ਸੀਗੀਆਂ, 3 ਸੂਚੀਆਂ ਬਣ ਗਈਆਂ ਸੀ। ਸੰਵਰਤੀ ਸੂਚੀ ਜਿਹਦੇ 36 ਵਿਸ਼ੇ ਸੀ, ਰਾਜ ਸੂਚੀ ਜਿਹਦੇ 54 ਵਿਸ਼ੇ ਸੀ, ਅਤੇ ਕੇਂਦਰੀ ਸੂਚੀ ਜਿਹਦੇ 59 ਵਿਸ਼ੇ ਸੀ। ਪਹਿਲੀ ਵਾਰ ਪ੍ਰਾਂਤਾਂ ਵਿੱਚ ਚੋਣਾਂ ਹੋਈਆਂ ਸੀ। 11 ਪ੍ਰਾਂਤਾਂ ਵਿੱਚ ਚੋਣਾਂ ਹੋਈਆਂ ਸੀ। 7 ਪ੍ਰਾਂਤਾਂ ਦੇ ਵਿੱਚ ਕਾਂਗਰਸ ਬਣੀ ਸੀ, ਜਿਹੜੀ ਕਿ 28 ਮਹੀਨੇ ਚੱਲੀ ਸੀ। ਇਸ ਵਿੱਚ ਪ੍ਰਸਤਾਵਨਾ ਦੀ ਗੱਲ ਨਹੀਂ ਕਹੀ ਗਈ ਸੀ, ਅਤੇ ਸਰਬ ਭਾਰਤੀ ਸੰਘ ਦੀ ਸਥਾਪਨਾ ਹੋ ਗਈ ਸੀ। ਭਾਰਤ ਵਿੱਚ ਰਿਜ਼ਰਵ ਬੈਂਕ ਦੀ ਸਥਾਪਨਾ ਹੋ ਗਈ ਸੀ 1935 ਦੇ ਐਕਟ ਦੇ ਦਿਨ। ਰਾਜ ਵਿੱਚ ਦੂਰੀ ਸ਼ਾਸਨ ਪ੍ਰਣਾਲੀ ਸੀ, ਜਿਹੜੀ ਪ੍ਰੋਵਿਸ਼ਨਲ ਦੂਰੀ ਸ਼ਾਸਨ ਪ੍ਰਣਾਲੀ ਰਾਜ ਦੇ ਵਿੱਚ ਖਤਮ ਹੋ ਗਈ ਸੀ। ਰਾਜ ਦੇ ਵਿੱਚ ਪ੍ਰੋਵਿਸ਼ਨ ਆਟੋਨੋਮੀ ਸਟਾਰਟ ਹੋ ਗਈ ਸੀ, ਭਾਵ ਖੁਦ ਮੁਖਤਿਆਰੀ ਸੀ ਜਿਹੜੀ ਰਾਜਾਂ ਦੇ ਵਿੱਚ ਸਟਾਰਟ ਹੋ ਗਈ ਸੀ। ਇੰਡੀਅਨ ਕੌਂਸਲ ਐਕਟ ਅਬੋਲਿਸ਼ ਹੋ ਗਿਆ ਸੀ। ਦੋਸਤੋ 1861 ਦੇ ਐਕਟ ਦੇ ਅਧੀਨ ਭਾਰਤ ਦੇ ਵਿੱਚ ਇੰਡੀਅਨ ਕੌਂਸਲ ਐਕਟ ਆਇਆ ਸੀ, ਜਿਸ ਦੇ ਅਧੀਨ ਭਾਰਤ ਦੇ ਲੋਕਾਂ ਨੂੰ ਗਵਰਨਰ ਜਨਰਲ ਦੀ ਵਿਧਾਨ ਪਰਿਸ਼ਦ ਦੇ ਵਿੱਚ ਮੈਂਬਰ ਬਣਨਾ ਜ਼ਰੂਰੀ ਹੋ ਗਿਆ ਸੀ। ਕਿਉਂਕਿ ਜਦੋਂ 1857 ਦਾ ਵਿਦਰੋਹ ਹੋਇਆ, 1857 ਦੇ ਵਿਦਰੋਹ ਦਾ ਇੱਕ ਕਾਰਨ ਇਹੀ ਸਮਝਿਆ ਗਿਆ ਸੀ ਕਿ ਭਾਰਤੀ ਲੋਕਾਂ ਨੂੰ ਕਾਨੂੰਨ ਬਣਾਉਣ ਦੇ ਲਈ ਜਿਹੜੀ ਕਮੇਟੀ ਹੁੰਦੀ ਸੀ, ਭਾਵ ਗਵਰਨਰ ਜਨਰਲ ਦੀ ਜਿਹੜੀ ਕਮੇਟੀ ਹੁੰਦੀ ਸੀ, ਉਹਦੇ ਵਿੱਚ ਭਾਰਤੀ ਲੋਕ ਹਿੱਸਾ ਨਹੀਂ ਲੈਂਦੇ ਸੀ। ਜਿਹੜੇ ਕਾਨੂੰਨ ਬਣਦੇ ਸੀ, ਕਾਨੂੰਨ ਬਣਨ ਸਮੇਂ ਭਾਰਤ ਦੇ ਰੀਤੀ ਰਿਵਾਜਾਂ ਦਾ, ਧਰਮਾਂ ਦਾ ਅਤੇ ਸੱਭਿਆਚਾਰ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ। ਤਾਂ ਕਰਕੇ ਬ੍ਰਿਟਿਸ਼ ਗੌਰਮੈਂਟ ਨੇ ਸਮਝਿਆ ਕਿ ਭਾਰਤੀ ਲੋਕਾਂ ਨੂੰ ਇੰਡੀਅਨ ਕੌਂਸਲ ਪਰਿਸ਼ਦ ਵਿੱਚ ਸ਼ਾਮਲ ਕੀਤਾ ਜਾਵੇ। ਪਰ ਜਦੋਂ 1935 ਦਾ ਐਕਟ ਆਇਆ, ਇਸ ਦੇ ਅਧੀਨ ਇੰਡੀਅਨ ਕੌਂਸਲ ਅਬੋਲਿਸ਼ ਕਰ ਦਿੱਤੀ ਗਈ ਸੀ। ਇਸ ਦੀ ਥਾਂ 'ਤੇ ਇੰਡੀਅਨ ਐਡਵਾਈਜ਼ਰੀ ਬਾਡੀ ਸ਼ੁਰੂ ਹੋ ਗਈ ਸੀ, ਭਾਵ ਇੱਕ ਸਲਾਹਕਾਰੀ ਸੰਸਥਾ ਬਣ ਗਈ ਸੀ, ਜਿਨ੍ਹਾਂ ਦੇ ਵਿੱਚ ਸਾਰੇ ਭਾਰਤੀ ਹੁੰਦੇ ਸੀ। ਫੈਡਰਲ ਕੋਰਟ ਦੀ ਸਥਾਪਨਾ ਹੋ ਗਈ ਸੀ 1937 ਵਿੱਚ ਦੋਸਤੋ। ਫੈਡਰਲ ਕੋਰਟ ਬਣ ਗਿਆ ਸੀ। ਜਦੋਂ ਸਾਨੂੰ ਪਤਾ ਹੈ 1773 ਦਾ ਐਕਟ ਆਇਆ, ਉਸ ਦੇ ਅਧੀਨ ਦੋਸਤੋ ਜਿਹੜਾ ਸੁਪਰੀਮ ਕੋਰਟ ਕਲਕੱਤਾ ਖੁੱਲ੍ਹਿਆ ਸੀ, ਜਿਸ ਦਾ ਪਹਿਲਾ ਜੱਜ LJ ਐਪੇ ਸੀ, ਅਤੇ 1937 ਦੇ ਵਿੱਚ ਫੈਡਰਲ ਕੋਰਟ ਬਣ ਗਿਆ ਸੀ। ਅਤੇ ਦੋਸਤੋ 28 ਜਨਵਰੀ 1950 ਦੇ ਵਿੱਚ ਸਾਡੀ ਸੁਪਰੀਮ ਕੋਰਟ ਜਿਹੜੀ ਅੱਜ ਹੈ ਦਿੱਲੀ ਵਿਖੇ ਬਣ ਗਈ ਸੀ। ਦੋਸਤੋ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਸਮਝ ਆਇਆ ਹੋਵੇਗਾ। ਕੱਲ੍ਹ ਨੂੰ ਇਸ ਟੌਪਿਕ ਨਾਲ ਹੀ ਪੇਪਰਾਂ ਦੇ ਪੁਆਇੰਟ ਵਿਊ ਤੋਂ ਪੁੱਛੇ ਜਾਣ ਵਾਲੇ ਮਹੱਤਵਪੂਰਨ ਕੁਐਸਚਨ ਲੈ ਕੇ ਆਵਾਂਗਾ। ਆਸ ਕਰਦਾ ਹਾਂ ਕਿ ਤੁਸੀਂ ਬਣੇ ਰਹੋਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰੋ। ਜੇਕਰ ਚੈਨਲ ਵਧੀਆ ਲੱਗੇ ਤਾਂ ਸ਼ੇਅਰ ਕਰੋ। ਥੈਂਕਸ।